नमस्कार इंसान टीवी देख रहे दर्शकों का स्वागत है। संयुक्त भारत टैक्सी यूनियन ते टैक्सी एकता यूनियन के आगुआ केंद्र सरकार खिलाफ नवी टैक्स प्रणाली लागू करने के खिलाफ किया शहर विच कालियां झंडियां नाल गुरदासपुर दफ्तर के बाहर केंद्र सरकार के खिलाफ किया रोष प्रदर्शन। केंद्रीय मंत्री नितिन गडकरी ਅਤੇ केंद्र सरकार खिलाफ की नारेबाजी। जिक्रयोग है कि केंद्र सरकार वालों टैक्सियां उपर नवी टैक्स प्रणाली लागू की जा रही है जिसनों 1 अप्रैल 2021 तो यह टैक्स प्रणाली पूरे भारत में लागू हो जाएगी, जिसका टैक्सी यूनियन के आगुआं वालों विरोध किया जा रहा है। अज DC दफ्तर के बाहर रोष प्रदर्शन करदियां टैक्सी यूनियन के आगुआं कहा, एक पासे पहला ही असी कोरोना की मार झल रहे हाँ, दूजे पासे डीजल और पेट्रोल के वधे रेटा ने साडा लक तोड़ दिता है। तीजा केंद्र सरकार नवी टैक्स प्रणाली लागू कर रही है, जिस विच 4 सीटर गड्डी और 9 सीटर गड्डी नूं सेम इक्को जिहा टैक्स 25,000 रुपया देना पवेगा, जबकि 12 सीटर गड्डी और 23 सीटर गड्डी नूं भी सेम इक्को जिहा टैक्स 75,000 रुपया देना पवेगा। और कई नियम इन्होंने लागू किए हैं जो टैक्सी चालकों को मंजूर नहीं हैं। उन्होंने कहा कि केंद्र सरकार ने जो टैक्स जारी किए हैं, जेकर इन्हों वापस ना लिया तो इस संबंधी आने वाले दिनों में असी बिना टैक्सी नंबरों तो ही इदा ही गड्डी चलावांगे, जिसकी जिम्मेवार केंद्र सरकार होगी। उन्होंने कहा कि इस संबंधी अज असी केंद्र सरकार के नाम DC गुरदासपुर को मंग पत्र सौंपया है। जेकर इसका हल ना होया तो आने वाले समय में केंद्र सरकार को इसका नतीजा भुगतना पवेगा। देखो इंसाफ टीवी ते किवें इन्होंने केंद्र सरकार को दे दी चेतावनी। नहीं चलेंगे, नहीं चलेंगे, नहीं चलेंगे। वाधू टैक्स नहीं देंगे, नहीं देंगे, नहीं देंगे। वाधू टैक्स नहीं देंगे, नहीं देंगे, नहीं देंगे। अज किन्हां मंगां नूं लैके अज तुसीं रोष प्रदर्शन कर रहे हो तो DC साहब नूं मंग पत्र सौंप रहे हो? ਅਸੀਂ ਸੰਯੁਕਤ ਭਾਰਤ ਕਮੇਟੀ ਜੋ ਆਲ ਇੰਡੀਆ ਨਾਰਥ ਯੂਨੀਅਨ ਦੀਆਂ ਜਿੰਨੀਆਂ ਵੀ ਟੈਕਸੀ ਯੂਨੀਅਨ ਆ ਇਕੱਠੇ ਹੋ ਕੇ ਜੋ ਨਵੀਂ ਟੈਕਸ ਨੀਤੀ ਜਾਰੀ ਹੋ ਰਹੀ ਆ 1 ਅਪ੍ਰੈਲ ਤੋਂ, ਜੋ ਸ਼੍ਰੀ ਨਿਤਿਨ ਗਡਕਰੀ ਜੀ ਨੇ ਆਪਣੇ ਮਹਿਕਮੇ ਤੋਂ ਜਾਰੀ ਕੀਤੀ ਆ, ਉਹਦੇ 'ਚ ਜੋ 4 ਸੀਟਰ ਤੋਂ ਲੈ ਕੇ 9 ਸੀਟਰ ਗੱਡੀ ਇੱਕ ਕੈਟਾਗਰੀ 'ਚ ਰੱਖ ਦਿੱਤੀ ਹੈ, 10 ਸੀਟਰ ਤੋਂ ਲੈ ਕੇ 23 ਸੀਟਰ ਗੱਡੀਆਂ ਇੱਕ ਕੈਟਾਗਰੀ 'ਚ ਰੱਖ ਦਿੱਤੀਆਂ, ਜਿਸ 'ਚ ਸਾਡੀ ਟੈਕਸੀ ਗੱਡੀਆਂ ਆਉਂਦੀਆਂ। ਮੋਟਰ ਕੈਬ ਗੱਡੀਆਂ ਹੁੰਦੀਆਂ ਜੀ 4 ਤੋਂ 6 ਸੀਟਰ, ਉਹਦੇ ਨਾਲ ਵੀ ਮਤਲਬ ਧੱਕਾ, ਤੇ ਜਿਹੜੀਆਂ ਟੈਂਪੂ ਟਰਾਲਰ ਮੈਕਸੀ ਕੈਬ ਗੱਡੀਆਂ ਉਹਦੇ ਨਾਲ ਜ਼ਿਆਦਾ ਧੱਕਾ ਹੋ ਗਿਆ ਜੀ। 75,000 ਰੁਪਇਆ ਸਾਲਾਨਾ, ਚਾਹੇ ਗੱਡੀ ਖੜੀ ਹੈ ਜਾਂ ਚੱਲਦੀ ਨਹੀਂ ਚੱਲਦੀ ਪਈ ਆ, ਟੈਕਸ ਤਾਂ ਦੇਣਾ ਹੀ ਦੇਣਾ। ਅਸੀਂ ਨਾਰਥ ਇੰਡੀਆ ਸਟੇਟਾਂ ਦਾ ਟੈਕਸ ਦੇ ਸਕਦੇ ਹਾਂ, ਸਾਊਥ ਇੰਡੀਅਨ ਸਟੇਟਸ ਦਾ, ਈਸਟ ਇੰਡੀਅਨ ਸਟੇਟਸ ਦਾ ਟੈਕਸ ਕਿੱਦਾਂ ਦੇ ਦਈਏ? ਖੜੀ ਗੱਡੀ ਨੂੰ ਟੈਕਸ ਦੇਣਾ ਉਹ ਬਹੁਤ ਵੱਡਾ ਸਾਨੂੰ ਬੋਝ ਲੱਗ ਰਿਹਾ, ਪਰ ਅਸੀਂ ਇਹ ਸਮਰਥ ਨਹੀਂ ਹੈਗੇ। ਪਿਛਲੇ ਸਾਲ ਕਰੋਨਾ ਦੀ ਮਾਰ, ਕੋਈ ਕਾਰੋਬਾਰ ਨਹੀਂ ਸੀ। ਉਸ ਤੋਂ ਪਿਛਲੇ ਸਾਲ ਇਲੈਕਸ਼ਨ ਸਨ ਸੈਂਟਰ ਦੇ, ਕੋਈ ਕਾਰੋਬਾਰ ਨਹੀਂ ਸੀ। ਸਾਡਾ ਜੋ ਟੂਰਿਸਟ ਸੀਜ਼ਨ ਹੁੰਦਾ ਖਤਮ ਹੋ ਗਿਆ ਸੀ। ਇਸ ਸਾਲ ਫਿਰ ਕਰੋਨਾ ਦੀ ਮਾਰ ਹੈ, ਟੂਰਿਸਟ ਸੀਜ਼ਨ ਫਿਰ ਖਤਮ ਹੋ ਗਿਆ। ਅਸੀਂ 75,000 ਇਕੱਠਾ ਸਰਕਾਰ ਨੂੰ ਕਿੱਥੋਂ ਜਮ੍ਹਾਂ ਕਰਾਈਏ? 25,000 ਨਿੱਕੀ ਗੱਡੀ ਵਾਲੇ ਜੋ ਕਾਰੋਬਾਰ ਹੀ ਨਹੀਂ ਆ, ਅਸੀਂ ਕਿੱਥੋਂ ਜਮ੍ਹਾਂ ਕਰਾਈਏ? ਬਹੁਤ ਵੱਡੀ ਮਾਰਬਾਜੀ ਸਾਡੀ ਟੈਕਸੀ ਗੱਡੀਆਂ ਖਾਸ ਕਰਕੇ ਆਪਣੇ ਜੋ ਬੇਰੁਜ਼ਗਾਰ ਵੀਰ ਨੇ ਤੇ ਕਾ ਕੀਤਾ ਵਾ। ਆਰਾਮ ਨਾਲ ਅਸੀਂ ਟੈਕਸੀ ਗੱਡੀ ਪਾ ਸਕਦੇ ਹਾਂ, 2-4 ਲੱਖ ਦੇ ਕੇ ਬਾਕੀ ਫਾਈਨੈਂਸ ਕਰਾ ਲੈਂਦੇ ਹਾਂ, ਪਰ ਜਿਹੜਾ ਆਰਸੀਆਂ ਦਾ ਬੋਝ ਹੈ ਇਹ ਉਸ ਤੋਂ ਵੀ ਵੱਡਾ ਬੋਝ ਹੈ, ਵਿਆਜ ਤੋਂ ਵੀ ਜ਼ਿਆਦਾ ਬੋਝ ਲੱਗਦਾ ਜੀ। ਕੀ ਨਾਂ ਜੀ ਆਪਣਾ? ਮੇਰਾ ਰਮਨਦੀਪ ਸਿੰਘ ਸੰਧੂ, ਪ੍ਰਧਾਨ ਮੀਤ ਪ੍ਰਧਾਨ ਪੰਜਾਬ ਏਕਤਾ ਟੈਕਸੀ ਆਪਰੇਟਰ ਯੂਨੀਅਨ। ਤੇ ਕਿਹਨਾਂ ਪਰੇਸ਼ਾਨੀਆਂ ਕਰਕੇ ਅੱਜ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰ ਰਹੇ ਹੋ? ਮੈਂ ਜੀ ਹਰਭਜਨ ਸਿੰਘ, ਜਨਰਲ ਸਕੱਤਰ ਏਕਤਾ ਟੈਕਸੀ ਆਪਰੇਟਰ ਯੂਨੀਅਨ ਜ਼ਿਲ੍ਹਾ ਗੁਰਦਾਸਪੁਰ। ਅਸੀਂ ਜੀ ਸਰ ਅੱਜ ਸੰਯੁਕਤ ਸੰਘਰਸ਼ ਕਮੇਟੀ ਆਲ ਇੰਡੀਆ ਵੱਲੋਂ ਜਿਹੜਾ ਕਿ ਚੱਕਾ ਜਾਬ ਦਾ ਸਾਨੂੰ ਮੈਸੇਜ ਆਇਆ ਸੀਗਾ, ਜੋ ਕਿ ਕੇਂਦਰ ਸਰਕਾਰ ਨੇ ਟੈਕਸ ਨੀਤੀ 1 ਅਪ੍ਰੈਲ ਤੋਂ ਚਾਲੂ ਕੀਤੀ ਆ, ਉਹ ਟੈਕਸ ਨੀਤੀ ਦੇ ਖਿਲਾਫ ਅਸੀਂ ਸਾਰੇ ਅੱਜ ਇਕੱਤਰ ਹੋ ਕੇ DC ਸਾਹਿਬ ਨੂੰ ਮੈਮੋਰੈਂਡਮ ਦੇਣ ਆਏ ਆ ਕਿ ਜੋ ਟੈਕਸ ਨੀਤੀ ਸੈਂਟਰ ਸਰਕਾਰ ਨੇ ਦਿੱਤੀ ਹੈ ਬਹੁਤ ਗਲਤ ਆ। 4 ਸੀਟਰ ਪਲੱਸ 9 ਸੀਟਰ ਨੂੰ ਇੱਕ ਹੀ ਕੈਟਾਗਰੀ 'ਚ ਲਿਆਤਾ, ਜੇ ਕਿ 25,000 ਰੁਪਇਆ ਟੈਕਸ ਦੇਣਾ ਪਏਗਾ। 4 ਸੀਟਾਂ ਵਾਲਾ ਵੀ 25,000 ਦੇਵੇ, 9 ਸੀਟਾਂ ਵਾਲਾ ਵੀ 25,000 ਦੇਵੇ, ਇਹ ਕਿੱਧਰ ਦਾ ਇਨਸਾਫ ਆ? ਉਧਰ ਪਲੱਸ 12 ਸੀਟਰ ਜਿਹੜਾ ਟੈਂਪੂ ਟਰੈਵਲ ਆ ਉਹ ਪਲੱਸ 23 ਸੀਟਾਂ ਜਿਹੜੀ ਬੱਸ ਮਿੰਨੀ ਆ ਉਹਦਾ ਵੀ ਇੱਕ ਟੈਕਸ ਕਰਤਾ 75,000। ਇਹ ਜਿਹੜੀ ਟੈਕਸਾਂ ਦੀ ਮਾਰ ਆ ਇਹ ਬਹੁਤ ਹੀ ਤਗੜੀ ਮਾਰ ਆ ਸਾਡੇ ਤੇ ਪੈ ਰਹੀ, ਬਹੁਤ ਹੀ। ਮੈਂ ਕਹਿੰਦਾ ਵਾ ਮੋਦੀ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਵੀ ਜਿਹੜੇ ਤੁਸੀਂ IAS ਅਫਸਰ ਭਾਲੇ ਨੇ ਉੱਥੇ, ਉਹ ਇੱਕ ਬੜੇ ਪੜ੍ਹੇ ਲਿਖੇ ਗਿਣੇ ਜਾਂਦੇ ਨੇ, ਪਰ ਉਹ ਕਾਹਦੇ ਪੜ੍ਹੇ ਨੇ? ਉਹ ਜਿਹੜੇ 4 ਸੀਟਾਂ ਵਾਲਾ ਵੀ 25,000 ਟੈਕਸ ਤੇ 9 ਸੀਟਾਂ ਵਾਲਾ ਵੀ 25,000 ਟੈਕਸ,
ਇਸ ਕਰਕੇ ਬਹੁਤ ਹੀ ਗਲਤ ਨੀਤੀ ਟੈਕਸ ਦੀ ਜਿਹੜੀ ਆ ਉਹਦੇ ਅਸੀਂ ਖਿਲਾਫ ਅੱਜ ਚੱਕਾ ਜਾਮ ਕੀਤਾ। ਉਹ ਅਸੀਂ ਇੱਥੇ ਇਕੱਤਰ ਹੋ ਕੇ ਸਾਰੇ ਵੀਰ ਆਏ ਆ ਜੀ। ਜੇ ਮੰਗ ਨਹੀਂ ਤੁਹਾਡੀ ਮੰਨੀ ਜਾਂਦੀ ਫਿਰ ਅੱਗੇ ਕੀ ਕੀਤਾ ਜਾਵੇਗਾ? ਅਸੀਂ ਜੋ ਸਾਡੀ ਸੰਯੁਕਤ ਸੰਘਰਸ਼ ਕਮੇਟੀ ਆਲ ਇੰਡੀਆ ਨੂੰ ਹੁਕਮ ਕਰੇਗੀ ਅਸੀਂ ਉਹ ਕਰਾਂਗੇ। ਪਰ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਸਰਕਾਰਾਂ ਨੂੰ ਵੀ ਜੇ ਸਾਡੀਆਂ ਮੰਗਾਂ ਤੇ ਗੌਰ ਨਾ ਕੀਤਾ ਗਿਆ ਅਸੀਂ ਜਿਹੜੇ ਪਰਮਿਟ ਲਵਾ ਕੇ ਪ੍ਰਾਈਵੇਟ ਟੈਕਸੀ ਚਲਾਵਾਂਗੇ, ਪ੍ਰਾਈਵੇਟ ਨੰਬਰ ਤੇ ਗੱਡੀਆਂ ਚਲਾਵਾਂਗੇ ਜੋ ਬਾਕੀ ਚੱਲ ਰਹੀਆਂ ਨੇ। ਕੋਈ ਸਰਕਾਰ ਨੂੰ ਇਹ ਟੈਕਸ ਅਦਾ ਨਹੀਂ ਕਰਾਂਗੇ। ਦੂਜੀ ਜਿਹੜੀ ਮੋਦੀ ਸਰਕਾਰ ਦੇ ਅੱਗੇ ਹੋਰ ਵੀ ਬੇਨਤੀ ਕਰਦੇ ਹਾਂ ਵੀ ਵਾਰ-ਵਾਰ ਰੋਜ਼ ਡੀਜ਼ਲ ਦੇ ਰੇਟ ਵੇਖੋ ਕਿੱਥੇ ਵਧ ਰਹੇ ਨੇ। ਡੀਜ਼ਲ 85 ਰੁਪਏ ਹੋ ਗਿਆ, ਰੇਟ ਕੋਈ ਨਹੀਂ ਵਧ ਰਹੇ, ਉੱਤੋਂ ਟੈਕਸਾਂ ਦੀ ਮਾਰ ਆ, ਉੱਤੋਂ ਕਰੋਨਾ ਦੀ ਮਾਰ ਆ। ਇਸ ਕਰਕੇ ਅਸੀਂ ਅੱਗੇ ਹੀ ਹੈਂਡ ਆਊਟ ਮਾਊਥ ਆ, ਸਾਰੇ ਜਿਹੜੇ ਰੋਜ਼ ਦੇ ਕਮਾ ਕੇ ਖਾਣ ਵਾਲੇ ਆ, ਗਰੀਬਾਂ ਨਾਲ ਪਰਿਵਾਰਾਂ ਨਾਲ ਸੰਬੰਧਿਤ ਰੱਖਦੇ ਆ। ਇਸ ਕਰਕੇ ਅਸੀਂ ਸਾਰੇ ਹੀ ਪ੍ਰੋਜੈਕਟ ਅਪੀਲ ਕਰਦੇ ਆ ਸਰਕਾਰਾਂ ਅੱਗੇ ਇਹ ਮਾਰੂ ਨੀਤੀਆਂ ਟੈਕਸ ਜਿਹੜੀਆਂ ਇਹਨਾਂ ਨੂੰ ਬੰਦ ਕੀਤਾ ਜਾਵੇ ਤੇ ਵਧੀਆ ਜਿਹੜੇ ਟੈਕਸ ਜਿਹੜਾ ਆਮ ਬੰਦਾ ਟੈਕਸ ਦੇ ਸਕੇ ਉਹ ਟੈਕਸ ਲਿਆਏ ਜਾ ਸਕਣ ਜੀ। ਮੈਂ ਮਨਦੀਪ ਸਿੰਘ ਠਾਕੁਰ ਸੀਨੀਅਰ ਮੀਤ ਪ੍ਰਧਾਨ ਡਿਸਟ੍ਰਿਕਟ ਗੁਰਦਾਸਪੁਰ ਤੋਂ ਆਜ਼ਾਦ ਟੈਕਸੀ ਯੂਨੀਅਨ ਦਾ ਜੀ। ਅਸੀਂ ਰੋਜ਼ ਪ੍ਰਦਰਸ਼ਨ ਕਰ ਰਹੇ ਹਾਂ ਜੀ। ਜਿਹੜੀ ਵਾਧੂ ਟੈਕਸਾਂ ਦੀ ਮਾਰ ਸਾਨੂੰ ਇਸ ਮੋਦੀ ਸਰਕਾਰ ਨੇ ਮਾਰੀ ਹੈ। ਮਤਲਬ 75,000 ਰੁਪਈਆ ਜਿਹੜਾ ਸਾਲ ਦਾ ਸਾਨੂੰ ਟੈਕਸ ਇਹਨਾਂ ਨੇ ਲਾਗੂ ਕਰਤਾ ਵਾ। ਇੱਕ ਇਹ ਗਰੀਬ ਜਿਹੜਾ ਟੈਕਸੀ ਟਰੇਡ ਦੇ ਸਿਰ ਤੋਂ ਆਪਣਾ ਬਾਲ ਪਰਿਵਾਰ ਪਾਲ ਰਿਹਾ ਵਾ, ਉਹਦੇ ਨਾਲ ਇੱਕ ਕਿਸਮ ਦੀ ਬਿਲਕੁਲ ਧੱਕਾਸ਼ਾਹੀ ਹੋਣ ਜਾ ਰਹੀ ਹੈ। ਤੁਸੀਂ ਜਿੰਨੇ ਵੀ ਇੱਥੇ ਮਤਲਬ ਟੈਕਸੀ ਟਰੇਡ ਵਾਲੇ ਮੌਜੂਦ ਨੇ, ਮਤਲਬ ਉਹਨਾਂ ਸਾਰਿਆਂ ਨੂੰ ਪਤਾ ਕਿ ਆਹ ਜਿਹੜਾ ਸਾਲ ਦਾ ਸਾਨੂੰ 75,000 ਰੁਪਇਆ ਟੈਕਸ ਦੇਣਾ ਪਏਗਾ। ਇਹਦੇ ਨਾਲ ਸਾਡੀਆਂ ਗੱਡੀਆਂ ਵਿਕ ਜਾਣਗੀਆਂ, ਸਾਡੇ ਬਾਲ ਪਰਿਵਾਰ, ਸਾਡੇ ਛੋਟੇ ਛੋਟੇ ਬੱਚੇ ਆ ਜਿਹੜੇ ਉਹ ਪੜ੍ਹਾਈ ਵਜੋਂ ਰਹਿ ਜਾਣਗੇ। ਆਪਣਾ ਜਿਹੜਾ 2 ਟਾਈਮ ਦਾ ਅਸੀਂ ਆਪਣੀ ਮਿਹਨਤ ਕਰਕੇ ਜਿਹੜਾ ਆਪਾਂ ਨਿਵਾਲਾ ਕਮਾ ਰਹੇ ਆ, ਆਪਾਂ ਉਹਦੇ ਸਵਾਦੋਂ ਵੀ ਜਾਵਾਂਗੇ। ਆਪਾਂ ਇਸ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਆਹ ਜਿਹੜੇ ਤੁਸੀਂ ਕਾਲੇ ਕਾਨੂੰਨ ਆ ਜਿਹੜੇ ਆਪਣੀਆਂ ਮਰਜ਼ੀਆਂ ਨਾਲ ਜਿਹੜੇ ਤੁਸੀਂ ਥੋਪਦੇ ਪਏ ਹੋ, ਇਹਨਾਂ ਗਰੀਬ ਬੰਦਿਆਂ ਤੇ ਜਿਹੜਾ ਟੈਕਸੀ ਟਰੇਡ ਮਿਹਨਤ ਕਰਕੇ ਜਿਹੜਾ ਆਪਣਾ ਪੇਟ ਪਾਲਦਾ, ਆਪਣਾ ਬਾਲ ਪਰਿਵਾਰ ਪਾਲਦਾ ਵਾ, ਇਸ ਟੈਕਸੀ ਟਰੇਡ ਨਾਲ ਧੱਕਾ ਹੋਏਗਾ। ਹੋਰ ਵੀ ਬੜੇ ਰੁਜ਼ਗਾਰਾਂ ਨਾਲ, ਜਿਵੇਂ ਹੋਟਲਾਂ ਨਾਲ, ਜਿਹੜੇ ਰੋਡ ਤੇ ਬੈਠੇ ਚਾਹ ਵਾਲੇ ਆ, ਜਿਹੜੇ ਰੋਡ ਤੇ ਬੈਠੇ ਹੋਟਲ ਵਾਲੇ ਆ, ਉਹਨਾਂ ਨਾਲ ਵੀ ਇਹ ਧੱਕਾ ਹੋਏਗਾ। ਆਪਾਂ ਇਹ ਟੈਕਸ ਦੇਣ ਦੇ ਹੱਕ 'ਚ ਨਹੀਂ ਆ। ਜੇ ਗੌਰਮੈਂਟ ਸਾਨੂੰ ਜ਼ਬਰਦਸਤੀ ਇਹ ਧੱਕਾ ਕਰੇਗੀ, ਸਾਡੇ ਤੇ ਇਹ ਜਿਹੜੇ ਟੈਕਸ ਥੋਪੇਗੀ, ਆਪਾਂ ਸਰਕਾਰ ਦੇ ਮੋਹਰੇ ਜਾ ਕੇ ਆਪਣੀਆਂ ਗੱਡੀਆਂ ਤੇ ਆਪਣੀਆਂ ਚਾਬੀਆਂ ਉਹਨਾਂ ਦੇ ਹੱਥਾਂ 'ਚ ਸੌਂਪ ਦਿਆਂਗੇ। ਅੱਗੇ ਵੀ ਪਹਿਲਾਂ ਕਰੋਨਾ ਦੀ ਮਾਰ ਝੱਲਿਆ, ਹਾਂਜੀ। ਹੁਣ ਤੇਲ ਤੇ ਡੀਜ਼ਲ ਪੈਟਰੋਲ ਦੀਆਂ ਬਹੁਤ ਕੀਮਤਾਂ ਵੱਧ ਗਈਆਂ। ਜੀ। ਕਿਸ ਤਰ੍ਹਾਂ ਮੰਦੀ ਦੀ ਮਾਰ ਚੱਲ ਰਹੀ ਹੈ? ਸਰ, ਕਰੋਨਾ ਦੇ ਕਰਕੇ ਕਈ ਸਾਡੇ ਡਰਾਈਵਰ ਭਰਾਵਾਂ ਨੇ ਆਤਮ ਹੱਤਿਆ ਕਰ ਲਈਆਂ। ਕਈ ਡਰਾਈਵਰ ਭਰਾ ਜਿਹੜੇ ਪੰਜਾਬ ਤੋਂ ਆਤਮ ਹੱਤਿਆ ਕਰ ਚੁੱਕੇ ਨੇ। ਇਸ ਟਾਈਮ ਚਲੋ ਮੇਰੀ ਨੌਲੇਜ 'ਚ ਉਹਨਾਂ ਦਾ ਨਾਂ ਤੇ ਨਹੀਂ ਆ, ਪਰ ਕਈ ਮਜਬੂਰੀ ਦੇ ਮਾਰੇ ਕਈਆਂ ਦੀਆਂ ਗੱਡੀਆਂ ਬੈਂਕ ਚੁੱਕੇ ਲੈ ਗਏ ਨੇ। ਸਾਨੂੰ ਸਰਕਾਰ ਨੇ ਉਲਟ ਸਾਨੂੰ ਦੇਣ ਦੀ ਬਜਾਏ ਸਾਡੇ ਹੱਥੋਂ ਖੋ ਰਹੀ ਆ, ਸਾਡੇ ਪਰਿਵਾਰ ਦਾ ਨਿਵਾਲਾ ਖੋ ਰਹੀ ਆ। ਆਪਾਂ ਸਰਕਾਰ ਅੱਗੇ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਇਹ ਕਾਲੇ ਕਾਨੂੰਨ ਰੱਦ ਕੀਤਾ ਜਾਣ ਤੇ ਸੀਟ ਬਾਈ ਸੀਟ ਸਾਡੇ ਤੇ ਟੈਕਸ ਲਾਇਆ ਜਾਏ। ਜੇ ਮੰਗਾਂ ਨਹੀਂ ਪੂਰੀਆਂ ਹੁੰਦੀਆਂ, ਮੰਗਾਂ ਨਹੀਂ ਪੂਰੀਆਂ ਕਰਨਗੇ, ਆਪਾਂ ਆਲ ਇੰਡੀਆ ਐਸੋਸੀਏਸ਼ਨ ਦੇ ਹੇਠ ਆ ਕੇ ਆਲ ਇੰਡੀਆ ਟੈਕਸੀ ਟਰੇਡ ਨੂੰ ਇਕੱਠਾ ਕਰਕੇ ਸਾਰੀਆਂ ਸਟੇਟਾਂ ਦੀਆਂ ਟੈਕਸੀਆਂ ਨੂੰ ਇਕੱਠਾ ਕਰਕੇ ਆਪਾਂ ਇੱਕ ਜ਼ੋਰਦਾਰ ਸੰਘਰਸ਼ ਉਲੀਕਾਂਗੇ।